साध संगत जीओ, गज के फतेह सांझ कन्ना जी। वाहेगुरु जी का खालसा, वाहेगुरु जी की फतेह। आओ, बड़े ही उत्तम कर्म ਹਨ ਜੋ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰਸ਼ਨ ਉਪਰੰਤ ਬਾਣੀ ਦੇ ਦਰਸ਼ਨ, ਬਾਣੀ ਪੜ੍ਹਨ ਦਾ ਸੁਣਨ ਦਾ ਜੋ ਮੌਕਾ ਮਿਲਦਾ ਹੈ, ਉਪਰੰਤ ਸੰਗਤ ਰੂਪ ਬੈਠ ਕੇ ਨਾਮ ਜਪਣ ਦੇ ਦਰਸ਼ਨ, ਕਿ ਕਿੰਨੇ ਵੱਡੇ ਭਾਗ ਹਨ ਭਾਈ, ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਨਹੀਂ ਨਾ, ਉਹ ਇਸ ਸਮੇਂ ਦੀ ਕੀਮਤ ਨਹੀਂ ਜਾਣਦੇ, ਨਹੀਂ ਜਾਣਦੇ। ਉਹਨਾਂ ਨੂੰ ਤੇ ਦੂਜਾ ਦਾ ਸਿਰਫ ਅਵਗੁਣ ਨਜ਼ਰ ਆਉਂਦਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕੀ ਕਰੀਏ, ਉਹਨਾਂ ਦੇ ਕਰਮਾਂ ਵਿੱਚ ਹੀ ਇਹ ਲਿਖਿਆ ਹੋਇਆ, ਇਹ ਉਹਨਾਂ ਦਾ ਵੀ ਕਸੂਰ ਨਹੀਂ ਕਹਿ ਸਕਦੇ। ਇੱਕ ਗਿਲਾਸ ਅੱਧਾ ਭਰਿਆ ਹੈ, ਕਿਸੇ ਨੂੰ ਦੂਰੋਂ ਦਿਖਾਈ ਦੇ ਰਿਹਾ ਹੈ ਕਿ ਇਹਦੇ 'ਚ ਕਮੀ ਹੈ, ਕਿ ਅੱਧਾ ਭਰ ਕੇ ਲਿਆ ਹੈ, ਉਹ ਕਮੀ ਕੱਢ ਰਿਹਾ। ਕੋਈ ਪਿਆਸਾ ਉਸ ਗਿਲਾਸ ਨੂੰ ਜਿਸ ਨਿਗਾਹ ਨਾਲ ਦੇਖ ਰਿਹਾ, ਗਿਲਾਸ ਉਹੀ ਹੈ, ਉਹ ਕਹਿ ਰਹੇ ਇਹ ਤਾਂ ਮੇਰੀ ਪਿਆਸ ਬੁਝਾ ਰਿਹਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਸ ਤੋਂ ਵਧੀਆ ਤੇ ਦੇਵਤਾ ਬੰਦਾ ਨਹੀਂ, ਤੇ ਦੂਜਾ ਬੰਦਾ ਉਹਨੂੰ ਕ੍ਰਿਟੀਸਾਈਜ਼ ਕਰ ਰਿਹਾ ਹੈ। ਦੇਖੋ, ਇੱਕੋ ਚੀਜ਼ ਨੂੰ ਦੋ ਉਦਾਹਰਨ ਨਾਲ ਸਤਿਗੁਰੂ ਸਮਝਾਉਂਦੇ। ਕਹਿਣ ਦਾ ਭਾਵ ਹੈ, ਸਾਡੇ ਅੰਦਰ ਐਸੀ ਅੱਖ ਰੱਬ ਪਾ ਦੇ ਕਿ ਅਸੀਂ ਅਵਗੁਣ ਦੇਖੀਏ ਤੇ ਸਿਰਫ ਔਰ ਸਿਰਫ ਆਪਣਾ ਦੇਖੀਏ, ਤੇ ਗੁਣ ਦੇਖੀਏ ਤੇ ਦੂਜੇ ਅੰਦਰ ਝਾਕੀਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਦੇਖਣਾ ਤੁਹਾਡੀ ਲਾਈਫ ਇੱਕ ਤੋਂ ਇੱਕ ਸੀੜੀ ਉੱਪਰ ਜਾਏਗੀ। ਗੁਰੂ ਵੀ ਤੁਹਾਡੇ ਨਾਲ ਖੜੇ ਹੋ ਜਾਣਗੇ, ਤੁਹਾਨੂੰ ਕੋਈ ਵਿਘਨ ਆਉਣ ਲੱਗੇਗਾ। ਪਰਮਾਤਮਾ ਆਪਣੇ ਬੱਚਿਆਂ ਕੰਨ ਤੁਹਾਡੀ ਰਾਖੀ ਕਰੇਗਾ, ਤੁਹਾਨੂੰ ਤੱਤੀ ਵਾਹ ਨਹੀਂ ਲੱਗੇਗੀ। ਇੱਕ ਧਾਰਨਾ ਪੜ੍ਹਦੇ ਸੀ ਸੰਤ ਈਸ਼ਰ ਸਿੰਘ ਜੀ ਰਾੜੇ ਵਾਲੇ, ਉਹ ਪੜ੍ਹਿਆ ਕਰਦੇ ਸਨ। ਧਾਰਨਾ ਇੱਕ ਸਮਝਾਉਣ ਦਾ ਢੰਗ ਹੈ, ਇਹ ਕੋਈ ਉਹ ਨਹੀਂ ਹੈ, ਕੱਚੀ ਬਾਣੀ ਨਹੀਂ ਹੈ। ਕਈ ਇਹਨੂੰ ਗਲਤ ਸਮਝ ਜਾਂਦੇ ਹਨ। ਧਾਰਨਾ ਬਾਣੀ ਦਾ ਰੂਪ ਹੀ ਹੁੰਦੀ ਹੈ, ਬਸ ਬਾਣੀ ਦੀ ਤੁਕ ਤੋਂ ਲਿੱਤੀ ਜਾਂਦੀ ਹੈ, ਉਹ ਗਾ ਕੇ ਕੀਤੀ ਜਾਂਦੀ ਹੈ, ਬਸ ਸਮਝ ਆ ਜਾਵੇ ਮਤਲਬ ਕਿਸੇ ਨੂੰ। ਇਸ ਕਰਕੇ ਸੌਖਾ ਤਰੀਕਾ ਮਹਾਂਪੁਰਸ਼ਾਂ ਨੇ ਵਿਧੀਆਂ ਬਣਾਈਆਂ। ਉਹ ਕਿਆ ਕਰਦੇ ਸਨ, ਗੁਰੂ ਨਾਨਕ ਜਿਸ ਦੇ ਸੰਗ ਵਸਦਾ, ਉਹਦਾ ਨਿੰਦਕ ਕੀ ਕਰ ਸਕਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਇਹ ਗੱਲ ਸਮਝ ਆ ਰਹੀ ਹੈ ਨਾ ਤੁਹਾਨੂੰ ਕੀ ਪਿਆ, ਕਿ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੋਣਗੇ, ਉਹਦਾ ਨਿੰਦਕ ਕੁਛ ਵੀ ਵਿਗਾੜ ਨਹੀਂ ਸਕਦਾ। ਈਰਖਾਲੂ ਬੰਦਾ ਉਹਦਾ ਕੁਛ ਵੀ ਨਹੀਂ ਕਰ ਪਾਏਗਾ, ਉਹ ਤੜਪਦਾ ਤੜਪਦਾ ਰਹਿ ਜਾਏਗਾ, ਪਰ ਉਹਦੇ ਹੱਥ ਕੁਛ ਨਹੀਂ ਆਏਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਸੱਚੀ ਗੱਲਾਂ ਹੈ ਜੋ ਜੀਵਨ ਦੇ ਅੰਦਰ ਵਰਤੀਆਂ ਹੋਈਆਂ ਹਨ। ਉਹ ਗੱਲਾਂ ਸਾਂਝੀਆਂ ਕੀਤੀਆਂ ਜਾਂਦੀਆਂ ਜਿਹੜੀਆਂ ਪ੍ਰੈਕਟੀਕਲ ਲਾਈਫ ਦੇ ਅੰਦਰ ਦੇਖੀਆਂ ਹਨ, ਆਮਨੇ ਸਾਹਮਣੇ ਵਰਤਦੀਆਂ ਹਨ। ਆਓ ਪਹਿਲਾਂ ਸਿਮਰਨ ਕਰਕੇ ਫਿਰ ਅੱਜ ਦੇ ਪਾਵਨ ਮੁਖ ਵਾਕ ਦੀ ਕਥਾ ਆਰੰਭ ਕੀਤੀ ਜਾਏਗੀ। ਹੋਰ ਵੀ ਕਥਾ ਗੁਰੂ ਜੀ ਕਰਾਉਂਦੇ ਹਨ, ਗੁਰੂ ਕਰਾਉਣਗੇ, ਗੁਰੂ ਜੀ ਰਖਵਾਲੀ ਕਰਨ। ਸਾਰੇ ਜਪੋ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਿਸਰ ਨਾਹੀ ਦਾਤਾਰ ਵਿਸਰ ਨਾਹੀ ਦਾਤਾਰ अपना नाम दे हो अपना नाम दे हो गुण गावा दिन रात गुण गावा दिन रात जपो भाई नानक चाहो ए हो नानक चाहो ए हो वाहेगुरु 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 जी का खालसा वाहेगुरु जी की फतेह। सोरठ महला नौवां। श्री गुरु तेग बहादुर साहब जी महाराज बैराग दी मूरत, जिन्हां ने सानू उपदेश बख्शिया है। अज अमृत वेले जो प्रकाश दे समय सोरठ राग दे अंदर नौवें गुरु नानक साहब श्री गुरु तेग बहादुर जी ने पावन मुख वाक बख्शे हैं। मन रे कौन कुमत तालीमी। हे मेरे मना, तू कैसी कुमत ले ली है। कुमत हुंदी है माड़ी मत। आखो सतनाम श्री। माड़ी मत ना ਭ੍ਰਿਸ਼ਟ ਕਰ ਦਿੰਦੀ ਹੈ ਬੁੱਧੀ, ਪਰਦਾ ਪਾ ਦਿੰਦੀ ਨੇ। ਅੱਗੇ ਆਉਣ ਵਾਲੇ ਸਮੇਂ ਦੇ ਬਾਰੇ ਕੁਝ ਵੀ ਨਹੀਂ ਸੋਚ ਰਹਿੰਦੀ। ਮਾੜੀ ਮਤ ਇੰਨੀ ਭੈੜੀ ਹੈ। ਕੁਮਤ ਤਾਲੀਨੀ, ਕੈਸੀ ਕੁਮਤ ਲੈ ਲਈ। ਪਰਦਾਰਾ ਨਿੰਦਿਆ ਰਸ ਰਚਿਓ। ਪਰਦਾਰਾ ਹੁੰਦੀ ਹੈ ਪਰਾਈ ਇਸਤਰੀ। ਨਿੰਦਿਆ ਹੁੰਦੀ ਹੈ ਕਿ ਕਿਸੇ ਦੀ कोई सच्चा होवे बंदा, मान लो वो ठीक होवे, पर तुसी उहदी गलतियां कढ रहे हो। वो है सच्चा बेचारा, लेकिन तुसी उन्हें झूठा ही बदनाम कर रहे हो। ये निंदिया कहलांदी है। रस रचियो, उस रस दे विच तुसी रचे गए हो। राम भगत ने की, राम दी भगती बिल्कुल भी चेते नहीं कि अगला सवारना है भाई। नाम जपना जपाना इस पासे ध्यान ही नहीं। किसी की खिल्ली उड़ाना, मजाक उड़ाना, निंदिया उड़ाना, ये मन इस पासे लग गया है। रहाओ मुकत पंथ जानियो तनाहिन,
ਮੁਕਤੀ ਦਾ ਪੰਥ ਜਿਹੜਾ ਹੁੰਦਾ ਰਾਸਤਾ ਹਜੇ ਤੂੰ ਨਹੀਂ ਜਾਣਿਆ। ਜੇ ਜਾਣਿਆ ਹੁੰਦਾ ਤੇ ਤੇਰੀ ਇਹ ਕਰਤੂਤ ਨਾ ਹੁੰਦੀ। ਹਜੇ ਨਹੀਂ ਤੈਨੂੰ ਸੋਚਿਆ ਮੁਕਤੀ ਦਾ ਰਸਤਾ ਹਜੇ ਨਹੀਂ ਪਤਾ। ਧਨ ਜੋਰਨ ਕੋ ਧਾਇਆ, ਮਾਇਆ ਦੇ ਵਿੱਚ ਗਲਤਾਨ ਹੈ। ਧਨ ਨੂੰ ਜੋੜਨ ਦੇ ਅੰਦਰ ਲੱਗਿਆ ਹੈ। ਹਜੇ ਖਿਆਲਾਤ ਤੇਰੇ ਬੰਦੇ ਨਹੀਂ ਪਏ, ਇਸ ਗੱਲ ਤੋਂ ਬਾਹਰ ਹੀ ਨਹੀਂ ਆ ਰਹੇ। ਇਹਨੂੰ ਹੀ ਸੁੱਖਾਂ ਦੇ ਪਦਾਰਥਾਂ ਨੂੰ ਹੀ, ਮਾਇਕ ਪਦਾਰਥਾਂ ਨੂੰ ਹੀ ਤੂੰ ਸਭ ਕੁਝ ਸਮਝ ਕੇ ਬੈਠ ਗਿਆ ਹੈ। ਇਹਦੇ ਅੰਦਰ ਹੀ ਸੁੱਖ ਭਾਲਦਾ ਹੈ, ਪਰ ਸੁੱਖ ਮਿਲਣਾ ਨਹੀਂ। ਜਿੰਨਾ ਮਰਜ਼ੀ ਭਾਲੀ ਜਾ, ਆਪਣੇ ਮਨ ਨੂੰ ਤਸੱਲੀ ਦੇ ਦੇਗਾ ਕਿ ਮੇਰੇ ਵਰਗਾ ਸੁਖੀ ਨਹੀਂ ਸੰਸਾਰ। ਪਰ ਸੁਖੀ ਤੇ ਹਰੀ ਦੇ ਜਨ ਹਨ ਜਿਹੜੇ ਨਾਮ ਜਪਦੇ ਹਨ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅੱਗੇ ਜਦੋਂ ਹਿਸਾਬ ਕਿਤਾਬ ਹੋਏਗਾ, ਚਿੱਤਰਗੁਪਤ ਜਦੋਂ ਪੰਨਾ ਖੋਲਣਗੇ, ਇਹ ਸਾਡੇ ਇੱਥੇ ਹੀ ਬੈਠੇ ਕੋਲ ਹੀ, ਹਜੇ ਵੀ ਬੈਠੇ ਕੰਧੇ ਤੇ ਬੈਠੇ। ਜਦੋਂ ਧਰਮਰਾਜ ਨੂੰ ਲੇਖਾ ਦੇਣਗੇ ਨਾ, ਉਸ ਵੇਲੇ ਸਾਨੂੰ ਗਿਆਨ ਹੋ ਜਾਏਗਾ ਕਿ ਕਿਹੜਾ ਸਮਾਂ ਸਾਡਾ ਲੇਖਾ ਹੀ 'ਚ ਲੱਗਿਆ ਹੈ ਤੇ ਕਿਹੜਾ ਸਮਾਂ ਅਸੀਂ ਬਰਬਾਦ ਕਰਤਾ ਹੈ। ਇਹ ਵੀ ਦੱਸ ਦੇਣਗੇ। ਇੱਕ ਇੱਕ ਟਾਈਮ ਉਹਨਾਂ ਕੋਲ ਹੁੰਦਾ ਨੇ, ਦਿਨ ਵੀ ਹੁੰਦਾ ਨੇ, ਘੜੀ ਵੀ, ਸਾਰਾ ਕੁਝ ਲਿਖ ਕੇ ਤੁਹਾਨੂੰ ਸਮਝਾ ਦੇਣਗੇ ਚੰਗੀ ਤਰ੍ਹਾਂ। ਅੰਤ ਸੰਗ ਕਾਉ ਨਹੀਂ ਦੀਨਾ, ਅੰਤ ਵੇਲੇ ਕੋਈ ਨਹੀਂ ਨਾਲ ਤੁਹਾਡੇ, ਕੋਈ ਨਹੀਂ ਨਾਲ। ਬਾਣੀ ਕਦੀ ਝੂਠ ਨਹੀਂ ਲਿਖਦੀ। ਉਹੀ ਗੱਲ ਦਰਜ ਕੀਤੀ ਗਈ ਹੈ ਜਿਹੜੀ ਸੱਚ ਹੈ। ਤਾਂ ਹੀ ਤੇ ਇਹਨਾਂ ਨੂੰ ਕਿਹਾ ਜਾਂਦਾ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਇਹ ਸੱਚ ਤੇ ਆਧਾਰਿਤ ਹੈ। ਅੰਤ ਸੰਗ ਕਾਉ ਨਹੀਂ ਦੀਨਾ, ਬਿਰਥਾ ਆਪ ਬੰਧਾਇਆ, ਬਿਰਥਾ ਹੀ ਆਪਣੇ ਆਪ ਨੂੰ ਬੰਦਸ਼ਾਂ 'ਚ ਪਾ ਰਿਹਾ। ਸਭ ਕੁਝ ਪਤਾ ਹੁੰਦੇ ਸੌਂਦੇ ਹੀ ਇੱਕ ਤੋਂ ਇੱਕ ਝਮੇਲਾ ਖੜਾ ਕਰ ਰਹੇ ਹਾਂ ਆਪਣੇ ਵਾਸਤੇ, ਕਰਮ ਬਣਾ ਰਿਹਾ ਹੈ। ਕੋਈ ਪੁੰਨ ਬੀਜ ਲੈ, ਅੱਗੇ ਜਾ ਕੇ ਫਲੀਭੂਤ ਹੋ ਜਾਏਗਾ ਹੀ। ਕਿਸੇ ਦਾ ਬੁਰਾ ਕਿਉਂ ਕਰਦੇ? ਹਾਂ, ਇੱਕ ਗੱਲ ਹੋਰ ਕਹਿੰਦੇ ਮਹਾਂਪੁਰ, ਕਹਿੰਦੇ ਜੇ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਨਾ, ਘੱਟੋ ਘੱਟ ਖਾਲੀ ਬੈਠੇ ਉਹਦਾ ਬੁਰਾ ਨਾ ਕਰੋ। ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਤਾਂ ਵੀ ਮਾਫੀ ਮਿਲ ਜਾਂਦੀ ਨੇ, ਤਾਂ ਵੀ ਮਾਫੀ ਨੇ। ਇਹ ਵੀ ਕਮਾਲ ਦੀ ਗੱਲ ਲਿਖੀ ਹੈ ਗੁਰਬਾਣੀ। ਜੇ ਤੁਹਾਡੇ ਕੋਲ ਨਹੀਂ ਦਿਮਾਗ, ਕਿਸੇ ਦਾ ਭਲਾ ਨਹੀਂ ਕਰ ਸਕਦੇ, ਘੱਟੋ ਘੱਟ ਉਹਦੇ ਬਾਰੇ ਬੁਰਾ ਤੇ ਨਾ ਸੋਚੋ ਨਾ, ਇਹਦੇ ਦਾ ਵੀ ਫਲ ਮਿਲ ਜਾਊਗਾ। ਨਾ ਹਰ ਭਜਿਓ ਨਾ ਗੁਰਜਨ ਸੇਵਿਓ, ਨਾ ਹਰੀ ਦਾ ਭਜਨ ਕੀਤਾ ਪੂਰੀ ਜ਼ਿੰਦਗੀ, ਨਾ ਗੁਰਜਨ ਸੇਵਿਓ, ਨਾ ਹਰੀਜਨਾਂ ਦੀ ਸੇਵਾ ਵੱਲ ਧਿਆਨ ਹੈ ਤੇਰਾ। ਕਿ ਕੋਈ ਗੁਰਸਿੱਖ ਲੰਘ ਰਿਹਾ, ਚੱਲ ਉਹਨੂੰ ਪਾਣੀ ਪਿਲਾ ਦਾਂ, ਉਹਨੂੰ ਲੰਗਰ ਹੀ ਖਿਲਾ ਦਾਂ, ਉਹਨੂੰ ਕੱਪੜੇ ਹੀ ਦੇ ਦਾਂ। ਇਸ ਤਰ੍ਹਾਂ ਵੀ ਹੁੰਦਾ ਹੈ, ਕਈ ਇਸ ਤਰ੍ਹਾਂ ਹਰੀਜਨਾਂ ਦੀ ਸੇਵਾ ਕਰਦੇ ਆ। ਨਾ ਉਪਜਿਓ ਕਜ ਗਿਆਨਾ, ਨਾ ਗਿਆਨ ਦੀ ਗੱਲ ਆ ਰਹੀ ਹੈ ਤੇਰੇ ਅੰਦਰ, ਨਾ ਬਾਣੀ ਦੀ ਵਿਚਾਰ ਤੈਨੂੰ ਚੰਗੀ ਲੱਗਦੀ ਹੈ। ਹਾਲਾਂਕਿ ਬਾਣੀ ਬਾਰ ਬਾਰ ਕਹਿੰਦੀ ਹੈ, ਬਾਣੀ ਬਿਰਲੋ ਵਿਚਾਰ ਸੀ। ਇਹ ਮੁਕਤੀ ਨਹੀਂ ਹੁੰਦੀ ਜਦ ਤੱਕ ਵਿਚਾਰ ਨਹੀਂ ਕਰਾਂਗੇ। ਇਹ ਬਾਣੀ ਦੇ ਵਿੱਚ ਤੁਕ ਹੈਗੀ, ਜਦ ਤੱਕ ਵਿਚਾਰ ਨਹੀਂ ਕਰਾਂਗੇ, ਮਾਫ ਕਰਨਾ, ਚਾਹੇ ਮੈਂ ਵੀ ਹੋਵਾਂ ਚਾਹੇ ਕੋਈ ਵੀ ਹੋਵੇ, ਉਹਦਾ ਮੁਕਤੀ ਦਾ ਦਰਵਾਜ਼ਾ ਨਹੀਂ ਖੁੱਲੇਗਾ, ਨਹੀਂ ਖੁੱਲੇਗਾ। ਬਾਣੀ ਦੀ ਵਿਚਾਰ ਬਹੁਤ ਜ਼ਰੂਰੀ ਹੈ, ਬਹੁਤ ਲਾਜ਼ਮੀ ਹੈ। ਕਈ ਪ੍ਰਚਾਰਕ ਇਸ ਗੱਲ ਨੂੰ ਵਿਸ਼ੇਸ਼ ਤੌਰ 'ਤੇ ਰੋਜ਼ਾਨਾ ਕਰਦੇ ਹਨ, ਪਰ ਅਸੀਂ ਆਪਣਾ ਗਿਆਨ ਅੱਗੇ ਰੱਖ ਦਿੰਦੇ ਹਾਂ। ਅਸੀਂ ਆਪਣੇ ਆਪ ਨੂੰ ਸਿਆਣਾ ਸਮਝ ਲਿਆ, ਅਸੀਂ ਉਸ ਪ੍ਰਚਾਰਕ ਦੀ ਗੱਲ ਹੀ ਨਹੀਂ ਸੁਣਦੇ ਧਿਆਨ ਨਾਲ। ਅਸੀਂ ਕਹਿੰਦੇ ਐਵੇਂ ਮਾਰਦਾ ਹੈ, ਆਪਣੇ ਵਾਸਤੇ ਮਾਰਦਾ ਹੈ। ਸਾਡਾ ਖਿਆਲ ਉਹਦੇ ਵੱਲ ਨੈਗੇਟਿਵ ਜਾਂਦਾ ਹੈ, ਨੈਗੇਟਿਵ, ਕਿ ਸ਼ਾਇਦ ਆਪਣੀ ਵਡਿਆਈ ਵਾਸਤੇ ਮਾਰਦਾ ਹੈ ਗੱਲਾਂ। ਨਹੀਂ ਭਾਈ, ਗੁਰਬਾਣੀ ਦੀ ਵਿਚਾਰ ਤਾਂ ਸਭ ਵਾਸਤੇ ਜ਼ਰੂਰੀ ਹੈ। ਭਾਵੇਂ ਕੋਈ ਮਹਾਂਪੁਰਸ਼ ਹਨ, ਚਾਹੇ ਕੋਈ ਦਾਸ ਹਨ, ਚਾਹੇ ਸੰਗਤ ਹਨ, ਸਾਰਿਆਂ ਨੂੰ ਬਾਣੀ ਦੀ ਵਿਚਾਰ ਕਰਨੀ ਚਾਹੀਦੀ। ਘਟ ਹੀ ਮਾਏ ਨਿਰੰਜਨ ਤੇਰਾ, ਤੈਂ ਖੋਜਤ ਉਧਿਆਨਾ। ਘੱਟ ਹੁੰਦਾ ਹੈ, ਆਪਣੇ ਹਿਰਦੇ ਰੂਪੀ ਘਰ ਵਿੱਚ ਕਦੀ ਚੈਕਿੰਗ ਕਰੋ। ਬਿਲਕੁਲ ਨਿਰੰਜਨ ਉੱਥੇ ਹੀ ਬੈਠਾ, ਪਰਮਾਤਮਾ ਜੀ ਉੱਥੇ ਹੀ ਵਾਸਾ ਕਰਕੇ ਬੈਠੇ। ਤੈਂ ਖੋਜਤ ਉਧਿਆਨਾ, ਪਰ ਤੂੰ ਦੁਨੀਆ ਅੰਦਰ ਲੱਭ ਰਿਹਾ ਹੈ। ਉਧਿਆਨਾ ਦਾ ਮਤਲਬ ਜੰਗਲ ਹੁੰਦਾ ਹੈ ਵੈਸੇ, ਲੇਕਿਨ ਇਹ ਦੁਨੀਆ ਵੀ ਜੰਗਲ ਨੇ। ਜਿੰਨੀ ਮਰਜ਼ੀ ਰੌਣਕ ਹੋਵੇ, ਜੇ ਜਿੱਥੇ ਨਾਮ ਨਹੀਂ ਨਾ, ਤੇ ਕਹਿੰਦੇ ਸਮਝੋ ਉਹ ਉਜਾੜ ਔਰ ਜੰਗਲ ਦੇ ਬਰਾਬਰ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ।
जोर दी बोलो सतनाम श्री। वो जंगल तो घट नहीं ने जिथे नाम नहीं हरि दा। बहुत जन्म भ्रमत है हारियो, बड़े जन्म हो गए, भ्रमदे हार गए, अस्थिर मत नहीं पाई। पर असी वो मत नहीं पाई जिदे नाल स्थिरता होए, प्रभु का नाम जुड़िया होवे। मानस दे पाए पद हर पद, ये मानस जिहड़ी देह प्राप्त हुई है, ये जड़ा पद मिलिया है, यह हरि दे भजन वास्ते मिलिया है। सतगुर कहते हरि का भजन कर सिर्फ। नानक बात बताई, नानक जी ने यही गल सब नूं दसी है। देखो अखीरली पंक्तियां विच नानक जी का जिक्र जरूर आता है। नानक जी नूं वडियाई दिती है सारे गुरुआं ने बाणी के अंत विच कि नानक साहब जी सानूं यही उपदेश दे गए सन कि हरि का भजन करना है। संत बाबा अतर सिंह जी मस्तुवाणे वाले, ये बड़ी ही रंगी रूह हुई है, नाम जपण वाली रूह। ये ना एक बारी संगतां नूं ना यात्रा वास्ते सोचते हैं कि चलो हजूर साहब जी की यात्रा संगत नाल करके आईए। बाबा जी तो आप तो कई बारी होए सी, पैदल भी होए सी, पर संगत के भले वास्ते उन्होंने प्रोग्राम बनाया है। संगत नूं एकत्र किया गया है कि भाई हजूर साहब यात्रा ते जाओगे। वो कहते जरूर जावांगे महापुरुषो, आप जी के नाल जान का मौका कमाल है, ये कौन छड्डेगा, जरूर जावांगे। कहते सब दी यात्रा फ्री रखी जाएगी, उन्होंने कोल किराया कुछ भी नहीं लिता जाएगा, पर एक किराया जरूर लिता जाएगा। बाबा जी कहते केड़ा? संगत ने हैरान होकर पूछा, जब किराया ही नहीं तो फिर किराए का की मतलब है? कहते हैगा किराया। रस्ते विच अनेकां ही पिंडां दे गुरुद्वारे, सड़कों के किनारे के गुरुद्वारे आणगे, जिथे जिथे आप जी नूं निशान साहिब नज़र आवे, उत्थे उत्थे जोर दी फतेह सांझ करनी है। वाहेगुरु जी का खालसा, वाहेगुरु जी की फतेह। ये किराया है, कर लोगे ना? वो कहते हाँ जी कर लांगे। सब ने हाँ कर, सारे बस तैयार है, जो भी साधन है उहदे उपर संगत चढ़ गई है, बह गई है। तो जिथों जिथों यात्रा लंघदी है, जिते जिते गुरु धाम नज़र आते हैं निशान साहब, उत्थे उत्थे संगत उच्ची सारी फतेह बुलांदी है। ते बाबा जी अडोल समाधि के अंदर ड्राइवर के नाल मुरली सीट ते अगे बैठे हैं। सब का ध्यान है। संगत जो बोलती है ना जयकारे, ते महापुरुष बिल्कुल चुप खामोश ते बिल्कुल स्थिर, अखां बंद महापुरुषां। अगे जाते जाते किथे अगे काफ़ी दूरी ते पड़ाव आया है। एक शंकावादी ने इस गल नूं नोट कर लिया है मन विच कि महापुरुषां ने अखां मूंद के बैठे रहे, ते महापुरुषां नाल गलबात की, बचन किते। महापुरुषों आप जी ने सानू तो किराया लाता, पर माफ करना आप जी ने एक जगह भी फतेह सांझ नहीं की, ना ही सिर चुकाया। को सतनाम श्री। देखो महापुरुषों नाल भी विवाद करते, आम बंदियां नाल ते की लड़ाई करनी, महापुरुषों नूं भी नहीं छड्डदी दुनिया, उन्हां वास्ते भी कोई ना कोई कमी ढूंढ लेंदे। महापुरुष मुस्कराए, बड़े सहज हैं महापुरुष, बड़े ठंडे दिमाग के होंदे। वो कहते भाई तू मेरी गल करता है? मेरी? कहते हाँ तुहाडी करदा। कहते फिर सुन, मैं जदों श्री गुरु ग्रंथ साहिब जी नूं सिर झुकाया सी ना पहली बार जदों मैं महाराज जी दे अगे अपना सिर अर्पण किया है, अज तक तो मैनूं याद नहीं कि मैं अपना सिर वापस भी चुकया है। आखो सतनाम श्री वाह। कहते तां दा मेरा यह मस्तक सिर गुरु ग्रंथ साहिब जी के चरणों विच ही झुकिया पिया है। मैं चुका तां, मैं झुकावां तां, जे मैं चुकिया होवे, मैं अजे तक चुकिया ही नहीं। मेरी मजाल है कि मैं गुरु दे अगों सिर चक ला। जदों महापुरुषों की इन्नी वैरागमई गल सुनी ना, उस व्यक्ति के भी रोंगटे खड़े हो गए। कहते इन्नी उच्ची अवस्था, कहते असीं तो इन्हों शरीरिक देख रहे हैं कि ये फतेह नहीं बुला रहे, इदा सिर नहीं झुका रहे,
अंदर का कौन जाने, जो मन की गल कौन जाने। और खाली महापुरुष कोई उदाहरण नहीं दे रहे सी, ये सच्ची गल है, लिखी पी है। उदाहरण होंदा वो गल अलग है। अंदर की कमाई बोलती सी कि सिर झुकाना है तो पूरी जिंदगी इससे झुका लो। आखो सतनाम श्री वाह। उदा मतलब भी समझ लो सिर झुकान का। महापुरुषों ने दसिया फिर कहते बचन मनना वड्डी गल है। कहते भावे लख गेड़ा आओ जाओ, लखां वार तुसी गुरुद्वारे साहब आ रहे हो, जे तुहाडे मन विच निमरता नहीं आई, मन विच हिरदे विच गरीबी नहीं, किसी वास्ते दया नहीं, तो फिर कोई तुसी बचन थोड़ा ना मन्ने। वो तो सिर्फ तुसी एक फॉर्मैलिटी आओ गो गेड़ा कट्टी जाते हो। महापुरुष कहते मन करके झुक जाओ, शरीर तुहाडा आपे ही झुक जाएगा। आखो सतनाम श्री वाह। शरीर का की है, मन खतरनाक है, मन नू काबू करना सीख लो। मन झुक गया तो तन ते आपे ही काबू आ जाएगा। आखो सतनाम श्री। ये महापुरुषों की विधियां ने। महापुरुषों के जीवन तो खुशबू मिलती है कि किस तरह उन्होंने अपने जीवन में सुधार किए हैं ते अज गुरु नानक की गोद में बैठे हैं। दुनिया इससे उन्होंने सत्कार हजे तक है, तो आप निरंकार ने उन्होंने अपने कोल बिठाया पे ऐसे महापुरुषों को जिन्होंने कमाइयां की धरती पे, बचन मन्ने गुरु के भाव। ते निंदिया अज का हुक्मनामा विशेष तौर पर निंदिया ते आया। निंदिया की है? निंदिया भली किसे की नाई, मनमुख मुगत करन। जड़े मनमुख होंदे हैं मुगत, इन्हों निंदिया बड़ी प्यारी लगती है। इन्हों दिल नहीं लगता कि कोई नाम जप रहा है, संगत करा रहा है, कथा सुना रहा है, नहीं। वो सोचते हैं बाहर जाके असी किसी की बुराई करिए, उहदे च बड़ा मजा आता। उहदे यह नहीं पता कि उहदा भी भार, उहदी लिद भी, उहदी जूठन भी तुसी चक लोगे। आखो सतनाम श्री वाह। नहीं चकनी, सियाणे बनना है, सियाणे बन जाओ। बिल्कुल भी समा हुण वो नहीं रहा कि असी अपने स्वास लेखे तो बाहर ले आइए। समा बहुत घट होंदा है। उम्र का जड़ा साडा पड़ाव है पार हो ही जाता है। रोजाना 24,000 श्वास साडे इस शरीर तो पिंड तो बाहर आई जाते हैं। पता नहीं केड़ी घड़ी साडी पूंजी खत्म हो जाएगी। फिर असी पछतावांगे कि भाई नाम नहीं जपिया, बाणी घट जपी, इधर उधर की गल्लां प्यारियां लगनियां शुरू हो गई, जिहदे विच अद्धा अद्धा घंटा समा खराब हो जाता सी, 5-5 घंटे खराब हो जाते सी, असी परवाह नहीं की। हुण जदों कीमत पई, हुण पता लग्या की है भगती ते की है नाम। एक भगत सन, भगत नामदेव जी। वो जदों ना सूई विच धागा पिरोया करते सन ना, ते उस वेले श्वास जड़ा तुहानू पता ही है, नाम जड़ा रुकना पैंदा है आम तौर पर। जिन्हां दा चलदा है ना, चल जाता है, उन्होंने कोई गल नहीं, वो जो मर्जी काम करते हैं, नाम अंदर चलता रहता। हो सकता है किहड़ी अवस्था ते यह शब्द लिखे हो। कहते मैनू ना ये धागा पिरोन दे विच भी औखियाई हो रही है कि मैं जदों जीव ते धागा लगा के गिल्ला करदा, फिर सूई विच पिरोना हाँ, मेरे चेते तो राम का नाम विसर जाता है। आखो सतनाम श्री वाह। मैनू तो वो भी बुराई लग रही है, मैनू तो इन्ना भी मन में शांति नहीं आ रही कि इसका लेखा कौन देगा। इन्नी बरीकी नाल सोचते हैं संत महापुरुष ते भगत। वो तो इन्ना भी समा नहीं खराब करते कि सूई विच धागा पाना है, उहदे विच भी वाहिगुरू विसर जाता है मन तो। ते असी परवाह ही नहीं करते। असी सोचते हैं चलो भाई कोई गल नहीं, अज बड़ी उम्र पई है, लंबी उम्र है, अगे जाके नाम जप लांगे, बुढ़ापा आएगा,
बचपन तो जवानी, जवानी तो बुढ़ापा, फिर जो बूढ़े हो जाएंगे फिर कहेंगे हुण कंबदा है शरीर, हुण शरीर चलदा ही नहीं, जाइए किन संगत, नाम किन जपीए, हुण तो आराम करन दा टाइम है, बिस्तरे अंदर बस बैठे रहो, हुण तो एक जगह बैठे रहो, फिर वो बहाना चलेगा एंड च। बहाना कदी नहीं मुकना, मन नूं समझाना पैंदा है कि बचपन तो ही जिन्नी उम्र ध्रुव प्रहलाद दी सी या छोटे साहिबजादे बाबा जोरावर सिंह फतेह सिंह जी दी सी, बाबा अटल राय जी छोटी उम्र के अंदर नाम जपना, जपजी साहब कंठ कर लेना, उसी वेले तो ही कमर कस्सा तैयार कर लो। तो जवानी में तो बहुत ज़्यादा जपना है, जवानी में अवस्था ना साड़ी ठीक होंदी है, तंदुरुस्त शरीर होंदा है, बड़ी ताकत होंदी है साढ़े को, उस वेले भजन वाल ला देना, नाम जपाना, अमृत वेले जगाना, संगत विच सेवा करवानी है। तो बुढ़ेपे ते होर कोई गल सोचनी नहीं, रिटायरमेंट होके बच्चे सैट हो गए, हुण तो सिर्फ नाम जपना है, कथा सुननी है, विचार करनी है, बाणी की प्राप्ति करनी है, गुरु की उस वल जाना है। कहने का भाव है कि अपने मन नूं बस समझाना है कि मन किधरा काबू आवे, उसी के उपर अज की विचार की गई है। गुरु साहब जी ने बख्शिशां कीतियां हैं, महाराज अगों भी इसी तरह सोझी बख्शो, सारे जपो जी वाहेगुरु 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 वाहेगुरु। धन